ਸਤਿ ਸ਼੍ਰੀ ਅਕਾਲ ਸਟੂਡੈਂਟਸ, ਸੁਨੀਤਾ ਸਟੱਡੀ ਸੈਂਟਰ ਦੇ ਵਿੱਚ ਤੁਹਾਡਾ ਸਵਾਗਤ ਹੈ। ਸਟੂਡੈਂਟਸ, ਜੇਕਰ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਦੀ ਪਲੇਲਿਸਟ ਤੇ ਜਾ ਕੇ ਤੁਹਾਨੂੰ ਉਸ ਦੇ ਲਿੰਕ ਮਿਲ ਜਾਣਗੇ, ਤੁਸੀਂ ਉਸ ਤੋਂ ਦੇਖ ਸਕਦੇ ਹੋ। ਸੋ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਕਰ ਰਹੇ ਹਾਂ ਇਕਾਂਗੀ ਮੌਨਧਾਰੀ, ਜੋ ਕਿ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦੀ ਲਿਖੀ ਹੋਈ ਹੈ। ਈਸ਼ਵਰ ਚੰਦਰ ਨੰਦਾ ਜੀ ਦਾ ਜਨਮ 30 ਸਤੰਬਰ 1892 ਈਸਵੀ ਨੂੰ ਪਿੰਡ ਗਾਂਧੀਆ ਪਨਿਆਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਹਨਾਂ ਨੂੰ ਇੱਕ ਸਫਲ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਦਾ ਇਕਾਂਗੀ ਮੌਨਧਾਰੀ ਵਹਿਮਾਂ ਭਰਮਾਂ ਪ੍ਰਤੀ ਚੇਤਨਤਾ, ਭ੍ਰਿਸ਼ਟ ਲੋਕਾਂ ਦੇ ਕਿਰਦਾਰ ਅਤੇ ਪੁਲਿਸ ਦੀ ਬਿਹਤਰ ਕਾਰਗੁਜ਼ਾਰੀ ਨੂੰ ਬਾਖੂਬੀ ਪੇਸ਼ ਕਰਦਾ ਹੈ। ਇਕਾਂਗੀ ਦੇ ਮੁੱਖ ਪਾਤਰ ਹਨ ਰਾਮ ਪਿਆਰੀ, ਹਰੀ ਚੰਦ, ਮਦਨ, ਕਿਸ਼ੋਰ, ਮੌਨਧਾਰੀ ਜੋ ਕਿ ਇੰਸਪੈਕਟਰ ਦੀਪ ਚੰਦ ਹੈ, ਸਾਧੂ ਜੋ ਕਿ ਹਵਲਦਾਰ ਹੈ। ਇਕਾਂਗੀ ਦੇ ਸ਼ੁਰੂ ਵਿੱਚ ਹੀ ਰਾਮ ਪਿਆਰੀ ਆਪਣੇ ਕੁਆਟਰ ਵਿੱਚ ਬੈਠੀ ਹੋਈ ਸਬਜ਼ੀ ਚੀਰਦੀ ਦਿਖਾਈ ਗਈ ਹੈ ਅਤੇ ਹਰੀ ਚੰਦ ਜੋ ਕਿ ਬਿਮਾਰ ਹੈ, ਖੰਘ ਰਿਹਾ ਹੈ ਅਤੇ ਹਸਪਤਾਲ ਨੂੰ ਚਲਾ ਜਾਂਦਾ ਹੈ। ਉਸ ਤੋਂ ਬਾਅਦ ਇੱਕ ਕੁਲੀ ਉਹਨਾਂ ਦੇ ਘਰ ਆਉਂਦਾ ਹੈ ਅਤੇ ਟਰੰਕ ਰੱਖ ਕੇ ਚਲਾ ਜਾਂਦਾ ਹੈ ਅਤੇ ਬਾਅਦ ਵਿੱਚ ਮਦਨ ਆਉਂਦਾ ਹੈ। ਮਦਨ ਰਾਮ ਪਿਆਰੀ ਦੀ ਭੈਣ ਗਿਆਨੋ ਦਾ ਪੁੱਤਰ ਹੈ। ਰਾਮ ਪਿਆਰੀ ਮਦਨ ਨੂੰ ਨਹੀਂ ਪਹਿਚਾਣਦੀ ਕਿਉਂਕਿ ਮਦਨ ਦਾ ਹੁਲੀਆ ਬਹੁਤ ਵਿਗੜਿਆ ਹੋਇਆ ਸੀ। ਮਦਨ ਨੇ ਆਪਣੇ ਹੀ ਦਫ਼ਤਰ ਵਿੱਚ ਪੈਸੇ ਦੀ ਹੇਰਾਫੇਰੀ ਕੀਤੀ ਸੀ, ਜਿਸ ਦੇ ਕਰਕੇ ਉਸ ਦੇ ਪਿੱਛੇ ਪੁਲਿਸ ਲੱਗੀ ਹੋਈ ਸੀ ਅਤੇ ਉਹ ਲੁਕਦਾ ਫਿਰ ਰਿਹਾ ਸੀ। ਉਸ ਤੋਂ ਬਾਅਦ ਹਰੀ ਚੰਦ ਹਸਪਤਾਲ ਤੋਂ ਘਰ ਆ ਜਾਂਦਾ ਹੈ ਅਤੇ ਉਹ ਰਾਮ ਪਿਆਰੀ ਨੂੰ ਆਪਣੀਆਂ ਬਿਮਾਰੀਆਂ ਗਿਣਾਉਂਦਾ ਹੈ ਕਿ ਡਾਕਟਰ ਨੇ ਮੈਨੂੰ ਬਹੁਤ ਸਾਰੀਆਂ ਬਿਮਾਰੀਆਂ ਦੱਸੀਆਂ ਹਨ। ਉਸ ਤੋਂ ਬਾਅਦ ਰਾਮ ਪਿਆਰੀ ਉਸ ਨੂੰ ਮਦਨ ਦੇ ਘਰ ਆਉਣ 'ਤੇ ਦੱਸਦੀ ਹੈ ਅਤੇ ਉਹ ਦੱਸਦੀ ਹੈ ਕਿ ਉਸਦੇ ਪਿੱਛੇ ਪੁਲਿਸ ਲੱਗੀ ਹੋਈ ਹੈ। ਤਾਂ ਹਰੀ ਚੰਦ ਉਸ 'ਤੇ ਬਹੁਤ ਗੁੱਸਾ ਹੁੰਦਾ ਹੈ ਕਿ ਮਦਨ ਨੂੰ ਘਰ ਕਿਉਂ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਦੋ ਸਾਧੂ ਉਹਨਾਂ ਦੇ ਘਰ ਆਉਂਦੇ ਹਨ। ਇੱਕ ਸਾਧੂ ਨੇ ਮੌਨ ਧਾਰਨ ਕੀਤਾ ਹੋਇਆ ਹੈ ਅਤੇ ਦੂਜਾ ਸਾਧੂ ਹੀ ਉਹਨਾਂ ਨਾਲ ਗੱਲਾਂ ਕਰਦਾ ਹੈ। ਦੂਜਾ ਸਾਧੂ ਕਹਿੰਦਾ ਹੈ ਕਿ ਤੁਹਾਡੇ ਘਰ ਵਿੱਚ ਲੱਗਦਾ ਹੈ ਕਿ ਕਲੇਸ਼ ਰਹਿੰਦਾ ਹੈ। ਤਾਂ ਰਾਮ ਪਿਆਰੀ ਸਾਧੂ ਦੀਆਂ ਗੱਲਾਂ ਵਿੱਚ ਹਾਂ ਮਿਲਾਉਂਦੀ ਜਾਂਦੀ ਹੈ। ਤਾਂ ਉਹ ਉਹਨਾਂ ਨੂੰ ਸੁਝਾਅ ਦਿੰਦਾ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਦਾਨ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਹੀ ਦੁੱਖਾਂ ਦਾ ਜਿਹੜਾ ਨਾਸ਼ ਹੁੰਦਾ ਹੈ। ਇਸ ਤਰ੍ਹਾਂ ਥੋੜ੍ਹੀ ਦੇਰ ਬਾਅਦ ਉਹਨਾਂ ਦਾ ਪੁੱਤਰ ਕਿਸ਼ੋਰ ਦਫ਼ਤਰੋਂ ਆ ਜਾਂਦਾ ਹੈ। ਉਹ ਇੱਕ ਪੜ੍ਹੀ ਲਿਖੀ ਸੋਚ ਦਾ ਸੁਲਝਿਆ ਹੋਇਆ ਆਦਮੀ ਹੈ। ਜਦੋਂ ਉਹ ਸਾਧੂਆਂ ਨੂੰ ਦੇਖਦਾ ਹੈ ਤਾਂ ਉਹ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਉਹਨਾਂ ਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਉਹ ਉਹਨਾਂ ਨੂੰ ਝੂਠੇ ਅਤੇ ਪਖੰਡੀ ਵੀ ਦੱਸਦਾ ਹੈ ਅਤੇ ਉਹ ਕਹਿੰਦਾ ਹੈ ਕਿ ਇਹ ਤਾਂ ਲੋਕਾਂ ਦੇ ਗਹਿਣੇ ਲੁੱਟ ਕੇ ਲੈ ਜਾਂਦੇ ਹਨ। ਰਾਮ ਪਿਆਰੀ ਅਤੇ ਹਰੀ ਚੰਦ ਸਾਧੂਆਂ ਦੇ ਇਸ ਅਪਮਾਨ 'ਤੇ ਉਸ ਨਾਲ ਬਹੁਤ ਜ਼ਿਆਦਾ ਨਾਰਾਜ਼ ਹੁੰਦੇ ਹਨ ਅਤੇ ਉਸ ਨੂੰ ਸਾਧੂਆਂ ਦਾ ਸਨਮਾਨ ਕਰਨ ਦੀ ਸਲਾਹ ਦਿੰਦੇ ਹਨ, ਪਰ ਕਿਸ਼ੋਰ ਇਸ ਤਰ੍ਹਾਂ ਨਹੀਂ ਕਰਦਾ। ਥੋੜ੍ਹੀ ਦੇਰ ਬਾਅਦ ਮੌਨਧਾਰੀ ਸਾਧੂ ਇਸ਼ਾਰਿਆਂ ਨਾਲ ਕੁਝ ਦੱਸਣ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਹੈ। ਤਾਂ ਦੂਸਰਾ ਸਾਧੂ ਦੱਸਦਾ ਹੈ ਕਿ ਮਾਤਾ, ਲੱਗਦਾ ਹੈ ਕਿ ਤੁਹਾਡੇ ਇਸ ਘਰ ਵਿੱਚ ਕੋਈ ਹੋਰ ਵੀ ਦੁਖੀ ਆਤਮਾ ਹੈ। ਤਾਂ ਅੰਦਰੋਂ ਮਦਨ ਨਿਕਲ ਕੇ ਬਾਹਰ ਆਉਂਦਾ ਹੈ। ਉਸ ਦੇ ਮੱਥੇ 'ਤੇ ਚੋਟ ਲੱਗੀ ਹੋਈ ਹੈ। ਤਾਂ ਸਾਧੂ ਉਸ ਨੂੰ ਪੁੱਛਦਾ ਹੈ ਕਿ ਤੁਹਾਡੇ ਇਹ ਚੋਟ ਕਿੱਦਾਂ ਲੱਗੀ ਹੈ। ਤਾਂ ਉਹ ਕਹਿੰਦਾ ਹੈ ਕਿ ਹਾਂ, ਮੈਂ ਪੌੜੀਆਂ ਵਿੱਚੋਂ ਡਿੱਗ ਗਿਆ ਹਾਂ, ਇਸ ਕਰਕੇ ਇਹ ਚੋਟ ਲੱਗੀ ਹੈ। ਅਸਲ ਵਿੱਚ ਜਿਹੜਾ ਮੌਨਧਾਰੀ ਸਾਧੂ ਹੈ ਉਹ ਇੰਸਪੈਕਟਰ ਦੀਪ ਚੰਦ ਸੀ ਅਤੇ ਉਹ ਮੁਜਰਮ ਨੂੰ ਫੜਨ ਦੇ ਲਈ ਹੀ ਸਾਧੂ ਬਣੇ ਹੋਏ ਸਨ। ਜਦੋਂ ਉਹ ਦੇਖਦੇ ਹਨ ਕਿ ਇਹ ਮਦਨ ਜਿਹੜਾ ਹੈ ਇਹ ਪੁਲਿਸ ਤੋਂ ਬਚ ਕੇ ਭੱਜਿਆ ਪਿਆ ਹੈ ਤਾਂ ਉਹ ਉਸ ਨੂੰ ਫੜ ਲੈਂਦੇ ਹਨ ਅਤੇ ਇਸ ਤਰ੍ਹਾਂ ਇਕਾਂਗੀ ਦਾ ਅੰਤ ਹੋ ਜਾਂਦਾ ਹੈ। ਹੁਣ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਪ੍ਰਸ਼ਨ ਨੰਬਰ 1, ਰਾਮ ਪਿਆਰੀ ਸ਼ੁਰੂ ਵਿੱਚ ਸਟੇਜ 'ਤੇ ਕੀ ਕਰਦੀ ਵਿਖਾਈ ਗਈ ਹੈ? ਉੱਤਰ, ਰਾਮ ਪਿਆਰੀ ਸ਼ੁਰੂ ਵਿੱਚ ਸਟੇਜ 'ਤੇ ਸਬਜ਼ੀ ਚੀਰਦੀ ਵਿਖਾਈ ਗਈ ਹੈ। ਉਸ ਦੀ ਆਪਣੇ ਪਤੀ ਨਾਲ ਥੋੜ੍ਹੀ ਨੋਕ ਝੋਂਕ ਵਿੱਚ ਗੱਲਬਾਤ ਹੁੰਦੀ ਹੈ। ਪ੍ਰਸ਼ਨ ਨੰਬਰ 2, ਹਰੀ ਚੰਦ ਸਟੇਜ 'ਤੇ ਕਿਵੇਂ ਆਉਂਦਾ ਹੈ?
ਹਰੀ ਚੰਦ ਖੰਘਦਾ ਖੰਘਦਾ ਇੱਕ ਹੱਥ ਵਿੱਚ ਦਵਾਈ ਵਾਲੀ ਸ਼ੀਸ਼ੀ, ਦੂਜੀ ਵਿੱਚ ਮੋਟੀ ਜਿਹੀ ਮੁੱਠ ਵਾਲੀ ਸੋਟੀ, ਸਿਰ ਤੇ ਸਾਫਾ ਤੇ ਖੁੱਲ੍ਹਾ ਪਜਾਮਾ, ਲੰਮਾ ਕੋਟ, ਪੈਰੀਂ ਗੁਰਗਾਬੀ ਪਾਈ ਆਉਂਦਾ ਹੈ। ਪ੍ਰਸ਼ਨ 3। ਮਦਨ ਸਟੇਜ 'ਤੇ ਕਿਸ ਰੂਪ ਵਿੱਚ ਆਉਂਦਾ ਹੈ? ਮਦਨ ਸਟੇਜ 'ਤੇ ਬਦਲਿਆ ਬਦਲਿਆ ਜਿਹਾ, ਜਿਸ ਦਾ ਹੁਲੀਆ ਵਿਗੜਿਆ ਹੋਇਆ ਹੈ, ਕਮੀਜ਼ ਦਾ ਬਟਨ ਟੁੱਟਿਆ ਹੋਇਆ, ਸਿਰ 'ਤੇ ਗੰਦੀ ਜਿਹੀ ਪਗੜੀ ਬੰਨ੍ਹੀ ਹੋਈ ਆਉਂਦਾ ਹੈ। ਉਸ ਦੀ ਦਾੜ੍ਹੀ ਇੰਝ ਵਧੀ ਹੋਈ ਹੈ ਜਿਵੇਂ ਚਿਰਾਂ ਤੋਂ ਸ਼ੇਵ ਨਾ ਕੀਤੀ ਹੋਵੇ। ਪ੍ਰਸ਼ਨ 4। ਮਦਨ ਇਸ ਰੂਪ ਵਿੱਚ ਆਪਣੇ ਆਉਣ ਬਾਰੇ ਰਾਮ ਪਿਆਰੀ ਨੂੰ ਕੀ ਦੱਸਦਾ ਹੈ? ਮਦਨ ਦੱਸਦਾ ਹੈ ਕਿ ਉਸ ਦੇ ਪਿੱਛੇ ਪੁਲਿਸ ਇੰਝ ਲੱਗੀ ਹੋਈ ਹੈ ਜਿਵੇਂ ਸ਼ਿਕਾਰ ਦੇ ਪਿੱਛੇ ਕੁੱਤੇ ਪਏ ਹੋਣ। ਉਹ ਡਰਦਾ ਡਰਦਾ ਮਾਸੀ ਨੂੰ ਪੁੱਛਦਾ ਹੈ ਕਿ ਇੱਥੇ ਪੁਲਿਸ ਤੇ ਨਹੀਂ ਆਵੇਗੀ। ਜਦੋਂ ਮਾਸੀ ਦੱਸਦੀ ਹੈ ਕਿ ਇੱਥੇ ਪੁਲਿਸ ਨਹੀਂ ਆਵੇਗੀ ਤਾਂ ਉਸ ਦੇ ਸਾਹ ਵਿੱਚ ਸਾਹ ਆਉਂਦਾ ਹੈ। ਪ੍ਰਸ਼ਨ 5। ਮਦਨ ਮਾਸੀ ਨੂੰ ਆਪਣੇ ਪੁਲਿਸ ਤੋਂ ਡਰਨ ਦਾ ਕੀ ਕਾਰਨ ਦੱਸਦਾ ਹੈ? ਮਦਨ ਦੱਸਦਾ ਹੈ ਕਿ ਉਹ ਆਪਣੇ ਦਫ਼ਤਰ ਦੇ ਇੱਕ ਕਲਰਕ ਭੂਸ਼ਣ ਦੀਆਂ ਗੱਲਾਂ ਵਿੱਚ ਆ ਗਿਆ ਤੇ ਉਹ ਉਸ ਨਾਲ ਰਲ ਕੇ ਕੁਝ ਰੁਪਇਆਂ ਦਾ ਗਬਨ ਕਰ ਬੈਠਾ, ਜਦ ਕਿ ਉਸਦੇ ਹੱਥ ਇੱਕ ਵੀ ਰੁਪਇਆ ਨਹੀਂ ਆਇਆ ਤੇ ਭੂਸ਼ਣ ਸਾਰੇ ਰੁਪਏ ਲੈ ਕੇ ਉੱਡ ਗਿਆ। ਇਸ ਕਰਕੇ ਉਹ ਪੁਲਿਸ ਦੀ ਕੁੱਟ ਤੋਂ ਡਰਦਾ ਮਾਰਿਆ ਦੌੜਿਆ ਫਿਰਦਾ ਹੈ। ਪ੍ਰਸ਼ਨ 6। ਹਰੀ ਚੰਦ ਆਪਣੀ ਕਿਹੜੀ ਬਿਮਾਰੀ ਬਾਰੇ ਰਾਮ ਪਿਆਰੀ ਨੂੰ ਦੱਸਦਾ ਹੈ? ਹਰੀ ਚੰਦ ਰਾਮ ਪਿਆਰੀ ਨੂੰ 10 ਬਿਮਾਰੀਆਂ ਗਿਣਾ ਕੇ ਦੱਸਦਾ ਹੈ, ਜਿਵੇਂ ਦਿਲ ਦੀ ਖਰਾਬੀ, ਖੂਨ ਦੀ ਕਮੀ, ਦਿਲ ਦੀ ਧੜਕਣ, ਫੇਫੜੇ ਖਰਾਬ, 12ਮਾਸੀ ਜ਼ੁਕਾਮ, ਜੋ ਉਸ ਨੂੰ ਲੱਗੀਆਂ ਹੋਈਆਂ ਹਨ। ਪ੍ਰਸ਼ਨ 7। ਉਹ ਰਾਮ ਪਿਆਰੀ ਨੂੰ ਕਿਹੜੇ ਕਿਹੜੇ ਟੈਸਟ ਕਰਵਾਉਣ ਬਾਰੇ ਦੱਸਦਾ ਹੈ? ਉਹ ਰਾਮ ਪਿਆਰੀ ਨੂੰ ਦੱਸਦਾ ਹੈ, ਡਾਕਟਰ ਦੀ ਦਵਾਈ ਖਾਣ ਤੋਂ ਬਾਅਦ ਜੇ ਆਰਾਮ ਨਾ ਆਇਆ ਤਾਂ ਕੁਝ ਟੈਸਟ ਕਰਵਾਉਣੇ ਪੈਣਗੇ, ਜਿਵੇਂ ਖੂਨ ਦਾ ਟੈਸਟ, ਥੁੱਕ ਦਾ ਟੈਸਟ, ਜਿਗਰ ਦੀ ਫੋਟੋ, ਛਾਤੀ ਦੀ ਫੋਟੋ, ਅੱਖਾਂ ਵਿਖਾਉਣੀਆਂ, ਦੰਦ ਕਢਵਾਉਣੇ ਆਦਿ। ਪ੍ਰਸ਼ਨ 8। ਰਾਮ ਪਿਆਰੀ ਮਦਨ ਬਾਰੇ ਕੀ ਦੱਸਦੀ ਹੈ ਤੇ ਹਰੀ ਚੰਦ ਉਸਨੂੰ ਕੀ ਕਰਨ ਲਈ ਕਹਿੰਦਾ ਹੈ? ਰਾਮ ਪਿਆਰੀ ਹਰੀ ਚੰਦ ਨੂੰ ਮਦਨ ਬਾਰੇ ਦੱਸਦੀ ਹੈ ਕਿ ਉਸਨੇ ਕੋਈ ਗਬਨ ਕੀਤਾ ਹੋਇਆ ਹੈ ਤੇ ਪੁਲਿਸ ਤੋਂ ਡਰਦਾ ਮਾਰਿਆ ਆਪਣੇ ਘਰ ਛੁਪਿਆ ਹੋਇਆ ਹੈ। ਹਰੀ ਚੰਦ ਰਾਮ ਪਿਆਰੀ ਨੂੰ ਕਹਿੰਦਾ ਹੈ ਕਿ ਉਸਨੂੰ ਘਰੋਂ ਬਾਹਰ ਕੱਢੇ। ਪ੍ਰਸ਼ਨ 9। ਰਾਮ ਪਿਆਰੀ ਹਰੀ ਚੰਦ ਨੂੰ ਕੀ ਕਹਿ ਕੇ ਮਦਨ ਨੂੰ ਰੱਖਣ ਲਈ ਮਨਾਉਂਦੀ ਹੈ? ਰਾਮ ਪਿਆਰੀ ਹਰੀ ਚੰਦ ਨੂੰ ਮਦਨ ਨੂੰ ਘਰ ਵਿੱਚ ਰੱਖਣ ਲਈ ਇਹ ਕਹਿ ਕੇ ਮਨਾਉਂਦੀ ਹੈ ਕਿ ਉਹ ਉਸ ਦੀ ਭੈਣ ਦਾ ਮੁੰਡਾ ਹੈ। ਜੇ ਉਸ ਨੂੰ ਕੱਢ ਦਿੱਤਾ ਤਾਂ ਉਹ ਭੈਣ ਨੂੰ ਕੀ ਜਵਾਬ ਦੇਵੇਗੀ? ਬਾਕੀ ਉਸ ਨੇ ਰਾਤ ਭਰ ਹੀ ਰੁਕਣਾ ਹੈ ਤੇ ਸਵੇਰ ਨੂੰ ਚਲੇ ਜਾਣਾ ਹੈ। ਪ੍ਰਸ਼ਨ 10। ਸਾਧੂ ਕਿਸ ਰੂਪ ਵਿੱਚ ਸਟੇਜ 'ਤੇ ਆਉਂਦੇ ਹਨ? ਸਾਧੂ ਕੁਝ ਸਲੋਕ ਬੋਲਦੇ ਹੋਏ ਸਟੇਜ 'ਤੇ ਆਉਂਦੇ ਹਨ। ਉਹਨਾਂ ਵਿੱਚ ਇੱਕ ਮੌਨਧਾਰੀ ਹੈ ਜੋ ਸੁਕੜੂ ਜਿਹਾ ਹੈ ਤੇ ਦੂਜਾ ਹੱਟਾ ਕੱਟਾ ਜਿਹਾ ਹੈ। ਉਹ ਰਾਮ ਪਿਆਰੀ ਦੇ ਦਰਵਾਜ਼ੇ 'ਤੇ ਆ ਕੇ ਰੁਕ ਜਾਂਦੇ ਹਨ। ਪ੍ਰਸ਼ਨ 11। ਕਿਸ਼ੋਰ ਜਦੋਂ ਸਾਧੂਆਂ ਨੂੰ ਘਰ ਵਿੱਚ ਵੇਖਦਾ ਹੈ ਤਾਂ ਕੀ ਕਹਿੰਦਾ ਹੈ? ਉੱਤਰ। ਜਦੋਂ ਕਿਸ਼ੋਰ ਘਰ ਆਉਂਦਾ ਹੈ ਤਾਂ ਸਾਧੂਆਂ ਨੂੰ ਦੇਖ ਕੇ ਉਸ ਨੂੰ ਵੱਟ ਚੜ੍ਹ ਜਾਂਦਾ ਹੈ। ਉਹ ਸਾਧੂਆਂ ਨੂੰ ਘਰੋਂ ਨਿਕਲ ਜਾਣ ਲਈ ਕਹਿੰਦਾ ਹੈ। ਉਹ ਉਹਨਾਂ ਨੂੰ ਭੇਖੀ, ਮੰਗਤੇ, ਪਖੰਡੀ ਆਖ ਕੇ ਬੁਲਾਉਂਦਾ ਹੈ। ਉਹ ਕਹਿੰਦਾ ਹੈ ਕਿ ਇਹ ਸਾਧੂ 2-4 ਦੋਹੇ ਸਲੋਕ ਰੱਟ ਛੱਡਦੇ ਹਨ ਤੇ ਲੋਕਾਂ ਨੂੰ ਲੁੱਟਦੇ ਫਿਰਦੇ ਹਨ। ਪ੍ਰਸ਼ਨ 12। ਕਿਸ਼ੋਰ ਅਖਬਾਰ ਦੀ ਕਿਹੜੀ ਖਬਰ ਹਰੀ ਚੰਦ ਨੂੰ ਦੱਸਦਾ ਹੈ? ਕਿਸ਼ੋਰ ਹਰੀ ਚੰਦ ਨੂੰ ਦੱਸਦਾ ਹੈ ਕਿ 2 ਹਵਾਲਾਤੀ ਮੁਜਰਮ ਜੇਲ੍ਹ ਵਿੱਚੋਂ ਫਰਾਰ ਹੋ ਗਏ ਹਨ। ਉਹਨਾਂ ਵਿੱਚੋਂ ਇੱਕ ਦਾ ਹੁਲੀਆ ਇਹਨਾਂ ਸਾਧੂਆਂ ਨੂੰ ਮਿਲਦਾ ਹੈ। ਆਓ ਦੇਖੋ। ਇਸ ਵਾਂਗ 5 ਫੁੱਟ 7 ਇੰਚ ਕੱਦ, ਖੱਬੇ ਗੋਡੇ 'ਤੇ ਫੋੜੇ ਦਾ ਦਾਗ, ਰੰਗ ਗੰਧਮੀ। ਪ੍ਰਸ਼ਨ 13। ਜਦੋਂ ਕਿਸ਼ੋਰ ਸਾਧੂਆਂ ਨੂੰ ਪੁਲਿਸ ਦੀ ਧਮਕੀ ਦਿੰਦਾ ਹੈ ਤਾਂ ਸਾਧੂ ਕੀ ਆਖਦੇ ਹਨ? ਜਦੋਂ ਕਿਸ਼ੋਰ ਸਾਧੂਆਂ ਨੂੰ ਪੁਲਿਸ ਦੀ ਧਮਕੀ ਦਿੰਦਾ ਹੈ ਤਾਂ ਸਾਧੂ ਕਹਿੰਦੇ ਹਨ, ਪੁਲਿਸ ਨੂੰ ਹੁਣੇ ਬੁਲਾਓ, ਅਸੀਂ ਪੁਲਿਸ ਨੂੰ ਜਾਣਦੇ ਹਾਂ, ਥਾਣਾ ਤੇ ਸਾਡੇ ਨਾਲ ਫਿਰਦਾ ਹੈ। ਕਿਉਂਕਿ ਅਸਲ ਵਿੱਚ ਉਹ ਸਾਧੂ ਨਹੀਂ ਹਨ, ਉਹ ਤਾਂ ਪੁਲਿਸ ਵਾਲੇ ਹਨ ਜੋ ਕਿਸੇ ਮੁਜਰਮ ਨੂੰ ਫੜਨ ਲਈ ਸਾਧੂ ਬਣ ਕੇ ਆਏ ਹਨ। ਪ੍ਰਸ਼ਨ 14। ਜਦੋਂ ਪੁਲਿਸ ਤੋਂ ਡਰਦਾ ਮਦਨ ਦੌੜਨ ਲੱਗਦਾ ਹੈ ਤਾਂ ਸਾਧੂ ਕੀ ਕਰਦੇ ਹਨ? ਜਦੋਂ ਮਦਨ ਦੌੜਨ ਲੱਗਦਾ ਹੈ ਤਾਂ ਇੱਕ ਸਾਧੂ ਉਸ ਨੂੰ ਅੱਗਿਓਂ ਹੋ ਕੇ ਫੜ ਲੈਂਦਾ ਹੈ ਤੇ ਸੱਜੇ ਹੱਥ ਨਾਲ ਉਸ ਦੇ ਮੱਥੇ 'ਤੇ ਬੰਨ੍ਹੀ ਹੋਈ ਪੱਟੀ ਖੋਲ੍ਹ ਦਿੰਦਾ ਹੈ। ਉਹ ਮੌਨਧਾਰੀ ਬਾਬੇ ਨੂੰ ਕਹਿੰਦਾ ਹੈ, ਇੰਸਪੈਕਟਰ ਸਾਹਿਬ, ਇਹ ਸ਼ਨਾਖਤੀ ਦਾਗ ਮੱਥੇ ਉੱਤੇ। ਸੋ ਇਹ ਸਨ ਇਕਾਂਗੀ ਦੇ ਪ੍ਰਸ਼ਨ ਉੱਤਰ। ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।